ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਆਪਾਂ ਮੇਰੀ ਲਿਖੀ ਧਾਰਮਿਕ ਕਿਤਾਬ ਗਿਆਨ ਰਤਨਾਕਰ ਦੇ ਵਿੱਚੋਂ ਗੁਰਬਾਣੀ ਦੇ ਪਵਿੱਤਰ ਵਿਚਾਰਾਂ ਦੇ ਮੋਤੀ ਸਰਵਣ ਕਰਾਂਗੇ। ਸੋ ਇਹ ਜੋ ਮੇਰੀ ਕਿਤਾਬ ਹੈ ਗਿਆਨ ਰਤਨਾਕਰ। ਰਤਨਾਕਰ ਦਾ ਹੁੰਦਾ ਮਤਲਬ ਰਤਨਾਂ ਦਾ ਘਰ, ਗਿਆਨ ਦੇ ਰਤਨਾਂ ਦਾ ਘਰ। ਇਸ ਕਰਕੇ ਇਸ ਕਿਤਾਬ ਦਾ ਨਾਮ ਰੱਖਿਆ ਗਿਆਨ ਰਤਨਾਕਰ। ਸੋ ਸੰਗਤ ਜੀ, ਅੱਜ ਫੇਰ ਆਪਾਂ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰੇਮ ਦੀਆਂ ਚੁਭੀਆਂ ਮਾਰ ਕੇ ਗੁਰਬਾਣੀ ਸ਼ਬਦਾਂ ਦੇ ਤੇ ਗੁਰਬਾਣੀ ਵਿਚਾਰਾਂ ਦੇ ਪਵਿੱਤਰ ਮੋਤੀ ਚੁੱਗ ਕੇ ਲਿਆਵਾਂਗੇ ਅਤੇ ਫਿਰ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਦੁਨੀਆ ਦੇ ਸਭ ਤੋਂ ਅਮੀਰ ਅਤੇ ਪਵਿੱਤਰ ਮਨੁੱਖ ਬਣ ਜਾਵਾਂਗੇ। ਸੋ ਸੰਗਤ ਜੀ, ਇਹ ਜੋ ਕਿਤਾਬ ਹੈ ਨਾ ਗਿਆਨ ਰਤਨਾਕਰ, ਇਸ ਦੇ ਬਹੁਤ ਸਾਰੇ ਵਿਸ਼ੇ ਹਨ ਤੇ ਹਰ ਇੱਕ ਵਿਸ਼ੇ ਨੂੰ ਗੁਰਬਾਣੀ ਦੀਆਂ ਪੰਗਤੀਆਂ ਨਾਲ ਸ਼ੁਰੂ ਕੀਤਾ ਤੇ ਜਿਹੜੀਆਂ ਪੰਗਤੀਆਂ ਉਸ ਵਿਸ਼ੇ ਦੇ ਨਾਲ ਪੜ੍ਹੀਆਂ ਜਾਂਦੀਆਂ, ਉਸ ਪੰਗਤੀਆਂ ਦੇ ਰਿਲੇਟਡ ਜਾਂ ਉਹਨਾਂ ਪੰਗਤੀਆਂ ਦੇ ਗ੍ਰਾਮਰ ਦੇ ਮੁਤਾਬਕ ਹੀ ਉਸ ਦੇ ਨਾਲ ਸਾਖੀਆਂ ਤੇ ਪ੍ਰਮਾਣਾਂ ਦੇ ਨਾਲ ਆਪ ਜੀ ਨੂੰ ਗੁਰਬਾਣੀ ਦੇ ਸਾਖੀਆਂ ਦੇ ਗੁਰੂਆਂ ਦੇ ਵਿਚਾਰ ਸਰਵਣ ਕਰਾਏ ਜਾਂਦੇ ਹਨ ਜਾਂ ਲਿਖੇ ਗਏ ਹਨ। ਸੋ ਸੰਗਤ ਜੀ, ਅੱਜ ਦਾ ਆਪਣਾ ਵਿਸ਼ਾ ਹੈ ਵਿਵੇਕ ਬੁੱਧ। ਉੱਚੀ ਅਤੇ ਪਵਿੱਤਰ ਮੱਤ ਵਿਵੇਕ ਬੁੱਧ। ਵਿਵੇਕ ਬੁੱਧ ਨਿਰਮਲ ਅਤੇ ਚੰਗੀ ਮੱਤ ਕਿਵੇਂ ਮਿਲਦੀ ਹੈ, ਅੱਜ ਆਪਾਂ ਇਹ ਸਰਵਣ ਕਰਾਂਗੇ। ਤੇ ਇਸ ਦੇ ਵਿੱਚੋਂ ਇਹਨਾਂ ਵਿਚਾਰਾਂ ਦੇ ਸ਼ੁਰੂ ਵਿੱਚ ਆਪਾਂ ਵਿਸ਼ਾ ਰੱਖਿਆ ਗੁਰਬਾਣੀ ਦੀਆਂ ਪੰਗਤੀਆਂ ਦਾ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਖੇਰਾ। ਇਹਨਾਂ ਪੰਗਤੀਆਂ ਦੇ ਉੱਤੇ ਵਿਚਾਰ ਕਰਾਂਗੇ ਤੇ ਇਸ ਪੰਗਤੀ ਨਾਲ ਸੰਬੰਧਿਤ ਪ੍ਰਮਾਣ ਆਪ ਜੀ ਨੂੰ ਸਰਵਣ ਕਰਾਏ ਜਾਣਗੇ। ਇਹ ਪੰਗਤੀ ਸਤਿਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਖੇਰਾ। ਚੌਥੇ ਗੁਰੂ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਦਾਸ ਰੂਪ ਹੋ ਕੇ ਬਚਨ ਕਰਦੇ ਹਨ ਕਿ ਮੈਂ ਪਵਿੱਤਰ ਰੂਪ ਸਤਿਗੁਰੂ ਪਾਸੋਂ, ਮੈਂ ਪਰਮੇਸ਼ਰ ਰੂਪ ਸਤਿਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ ਹੈ। ਮੈਂ ਸੱਤਿਆ ਅਤੇ ਅਸੱਤਿਆ ਦਾ ਵਿਚਾਰ ਕਰਨ ਵਾਲੀ ਬੁੱਧ ਗੁਰੂ ਨਾਨਕ ਕੋਲੋਂ ਪ੍ਰਾਪਤ ਕਰ ਲਈ ਹੈ। ਮੈਂ ਪ੍ਰਕਿਰਤੀ ਅਤੇ ਬ੍ਰਹਮ ਦਾ ਯਥਾਰਥ ਗਿਆਨ ਸਮਝਣ ਵਾਲੀ ਮੱਤ ਗੁਰੂ ਕੋਲੋਂ ਪਾ ਲਈ ਹੈ। ਮੈਂ ਪਰਮਾਤਮਾ ਦੇ ਮਿਲਾਪ ਵਾਸਤੇ ਆਪਣੇ ਸਤਿਗੁਰੂ ਪਾਸੋਂ ਆਤਮਿਕ ਜੀਵਨ ਦੀ ਸੋਝੀ ਪ੍ਰਾਪਤ ਕਰ ਲਈ ਹੈ। ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਲਿਖਿਆ ਹੋਇਆ ਚੰਗਾ ਭਾਗ ਉਗੜ ਪਿਆ ਹੈ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਵੀ ਪ੍ਰਾਪਤ ਕਰ ਲਿਆ। ਜਿੱਥੇ ਉਹਨਾਂ ਨੇ ਪਹਿਲੀ ਪੰਗਤੀ ਵਿੱਚ ਕਿਹਾ ਕਿ ਵਿਵੇਕ ਬੁੱਧ ਸਤਿਗੁਰ ਤੇ ਪਾਏ, ਵੀ ਗੁਰੂ ਦੀ ਕਿਰਪਾ ਨਾਲ ਉਹਨਾਂ ਨੇ ਉੱਚੀ ਅਤੇ ਨਿਰਮਲ ਮੱਤ ਧਾਰਨ ਕਰ ਲਈ ਹੈ, ਪ੍ਰਾਪਤ ਹੋ ਗਈ ਉਹਨਾਂ ਨੂੰ ਪਵਿੱਤਰ ਮੱਤ।
ਪਰ ਇਹਦੇ ਨਾਲ ਫਿਰ ਅਗਲੀ ਪੰਕਤੀ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ, ਜਨ ਨਾਨਕ ਨਾਮ ਗੁਰੂ ਤੇ ਪਾਇਆ। ਉੱਚੀ ਮੱਤ ਤੇ ਨਿਰਮਲ ਮੱਤ ਦੇ ਨਾਲ ਗੁਰੂ ਦੇ ਪਿਆਰੇ ਸੇਵਕਾਂ ਨੇ ਆਪਣੇ ਗੁਰੂ ਕੋਲੋਂ ਚੰਗੇ ਭਾਗਾਂ ਕਰਕੇ ਈਸ਼ਵਰ ਦੇ ਨਾਮ ਦੀ, ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਵੀ ਕਰ ਲਈ ਆ। ਸੋ ਸੰਗਤ ਜੀ, ਜਿਨ੍ਹਾਂ ਨੇ ਆਪਣੇ ਗੁਰੂ ਕੋਲੋਂ ਉੱਚੀ ਤੇ ਪਵਿੱਤਰ ਬੁੱਧੀ ਪਾਈ ਹੁੰਦੀ ਹੈ, ਉਹਨਾਂ ਨੂੰ ਆਪਣੇ ਜੀਵਨ ਵਿੱਚ ਰਹਿਣ ਸਹਿਣ ਦਾ ਚੰਗਾ ਢੰਗ ਆ ਜਾਂਦਾ ਹੈ। ਉਹ ਆਪਣੇ ਜੀਵਨ ਦੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਜਾਂਦੇ ਹਨ ਅਤੇ ਚੰਗੇ ਅਤੇ ਸੁਚੱਜੇ ਢੰਗ ਨਾਲ ਕਰਮ ਧਰਮ ਕਰਦੇ ਰਹਿੰਦੇ ਹਨ। ਉਹਨਾਂ ਅੰਦਰੋਂ ਖੋਟੀ ਅਤੇ ਦਗਾ ਦੇਣ ਵਾਲੀ ਮੱਤ ਚਲੀ ਜਾਂਦੀ ਹੈ ਅਤੇ ਉਹ ਪਿਆਰ ਅਤੇ ਨਿਮਰਤਾ ਦੇ ਸਾਗਰ ਬਣ ਜਾਂਦੇ ਹਨ। ਉਹ ਮਿੱਠੇ ਅਤੇ ਮਿਲਾਪੜੇ ਸੁਭਾਅ ਦੇ ਹੋ ਕੇ ਸਭ ਦਾ ਮਨ ਜਿੱਤ ਲੈਂਦੇ ਹਨ ਅਤੇ ਭਾਈਚਾਰਕ ਸੰਬੰਧਾਂ ਨੂੰ ਸਦੀਵ ਕਾਲ ਲਈ ਬਣਾ ਕੇ ਰੱਖਦੇ ਹਨ। ਸੋ ਸੰਗਤ ਜੀ, ਆਓ ਹੁਣ ਆਪਾਂ ਇਹੋ ਜਿਹੇ ਉੱਤਮ ਅਤੇ ਚੰਗੀ ਬੁੱਧੀ ਵਾਲੇ ਮਨੁੱਖਾਂ ਦੇ ਜੀਵਨ ਦਾ ਜਸ ਕੁਝ ਪ੍ਰਮਾਣਾਂ ਦੇ ਰਾਹੀਂ ਸਰਵਣ ਕਰੀਏ। ਜਿਸ ਤਰ੍ਹਾਂ ਇਸ ਪੰਕਤੀ ਦਾ ਪਹਿਲਾ ਪ੍ਰਮਾਣ ਹੈ ਭਰਾਵਾਂ ਦਾ ਪਿਆਰ। ਇੱਕਰ ਨਗਰ ਤੋਂ ਬਾਹਰ ਬੈਠੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਦਾ ਉਚਾਰਨ ਅਤੇ ਗਾਇਨ ਕਰ ਰਹੇ ਸਨ ਅਤੇ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸਨ। ਸੂਰਜ ਥੋੜਾ ਥੋੜਾ ਚੜ੍ਹ ਆਇਆ ਸੀ। ਕੀਰਤਨ ਕਰਦਿਆਂ ਹੋਇਆਂ ਜਦ ਭਾਈ ਮਰਦਾਨਾ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਹਨਾਂ ਨੇ ਆਪਣੇ ਸਾਹਮਣੇ ਕਣਕ ਦੇ ਵੱਡੇ ਵੱਡੇ ਦੋ ਢੇਰ ਦੇਖੇ। ਕਣਕ ਦੇ, ਗੇਹੂੰ ਦੇ ਢੇਰ ਦੋ ਵੱਡੇ ਵੱਡੇ ਦੇਖੇ ਭਾਈ ਮਰਦਾਨਾ ਜੀ ਨੇ ਜਦੋਂ ਅੱਖਾਂ ਖੋਲੀਆਂ। ਤਾਂ ਉਹਨਾਂ ਦੇ ਦੇਖਦਿਆਂ ਇੱਕ ਬੰਦਾ ਆਇਆ ਅਤੇ ਉਸਨੇ ਕਣਕ ਦੇ ਇੱਕ ਢੇਰ ਵਿੱਚੋਂ 10-12 ਟੋਕਰੇ ਕਣਕ ਦੇ ਭਰ ਕੇ ਦੂਜੇ ਢੇਰ ਉੱਤੇ ਸੁੱਟ ਲਏ ਅਤੇ ਫਿਰ ਉਹ ਵਾਪਸ ਚਲਾ ਗਿਆ। ਉਹ ਬੰਦਾ ਥੋੜਾ ਅਧੇੜ ਜੀ ਉਮਰ ਦਾ ਸੀ, ਭਾਵ ਕਿ ਲਗਭਗ 35-40 ਸਾਲ ਦੀ ਉਮਰ ਦਾ ਹੋਵੇਗਾ। ਥੋੜੀ ਦੇਰ ਬਾਅਦ ਇੱਕ ਬੰਦਾ ਹੋਰ ਆਇਆ। ਉਸ ਦੀ ਉਮਰ ਤਕਰੀਬਨ 25-30 ਸਾਲ ਦੀ ਹੋਣੀ ਆ। ਕਣਕ ਦੇ ਜਿਸ ਢੇਰ ਉੱਤੇ ਪਹਿਲੇ ਬੰਦੇ ਨੇ ਕਣਕ ਦੇ ਟੋਕਰੇ ਭਰ ਕੇ ਸੁੱਟੇ ਸਨ, ਹੁਣ ਆਉਣ ਵਾਲੇ ਦੂਜੇ ਬੰਦੇ ਨੇ ਉਸ ਢੇਰ ਵਿੱਚੋਂ 10-12 ਟੋਕਰੇ ਕਣਕ ਦੇ ਭਰ ਕੇ ਵਾਪਸ ਪਹਿਲਾਂ ਵਾਲੇ ਢੇਰ ਉੱਤੇ ਹੀ ਸੁੱਟ ਦਿੱਤੇ ਅਤੇ ਫਿਰ ਉਹ ਚਲਾ ਗਿਆ। ਭਾਈ ਮਰਦਾਨਾ ਜੀ ਇਹ ਤਮਾਸ਼ਾ ਦੇਖ ਕੇ ਬਹੁਤ ਹੈਰਾਨ ਹੋਏ। ਕੀਰਤਨ ਦੀ ਸਮਾਪਤੀ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ, ਹੇ ਮਹਾਰਾਜ ਜੀ, ਹਨੇਰ ਸਾਈਂ ਦਾ ਦਿਨ ਦਿਹਾੜੇ ਦੁਨੀਆ ਇੱਕ ਦੂਜੇ ਨੂੰ ਲੁੱਟ ਰਹੀ ਹੈ। ਘੋਰ ਕਲਯੁਗ ਆ ਗਿਆ ਹੈ ਮਹਾਰਾਜ ਜੀ। ਗੁਰੂ ਜੀ ਨੇ ਪੁੱਛਿਆ, ਮਰਦਾਨਿਆ ਹੋਇਆ ਕੀ ਹੈ? ਮਰਦਾਨੇ ਨੇ ਕਿਹਾ, ਮਹਾਰਾਜ, ਮੈਂ ਜਦ ਕੀਰਤਨ ਕਰਦਿਆਂ ਅੱਖਾਂ ਖੋਲੀਆਂ ਤਾਂ ਸਾਹਮਣੇ ਤੋਂ ਇੱਕ ਬੰਦਾ ਆਇਆ ਅਤੇ ਉਸਨੇ ਕਣਕ ਦੇ ਇਸ ਢੇਰ ਉੱਤੋਂ 10-12 ਟੋਕਰੇ ਭਰ ਕੇ ਦੂਜੇ ਢੇਰ ਉੱਤੇ ਸੁੱਟ ਦਿੱਤੇ ਤੇ ਚਲਾ ਗਿਆ। ਫਿਰ ਇੱਕ ਹੋਰ ਬੰਦਾ ਆਇਆ ਅਤੇ ਉਸਨੇ ਕਣਕ ਦੇ ਦੂਜੇ ਢੇਰ ਉੱਤੋਂ 10-12 ਟੋਕਰੇ ਭਰੇ ਅਤੇ ਪਹਿਲਾਂ ਵਾਲੇ ਢੇਰ ਉੱਤੇ ਸੁੱਟ ਦਿੱਤੇ। ਮਹਾਰਾਜ ਜੀ, ਮੈਨੂੰ ਲੱਗਦਾ ਹੈ ਕਿ ਮੇਰੇ ਦੇਖਦਿਆਂ ਹੀ ਦੋਨਾਂ ਨੇ ਇੱਕ ਦੂਜੇ ਦੀ ਚੋਰੀ ਕੀਤੀ ਹੈ। ਗੁਰੂ ਜੀ ਨੇ ਕਿਹਾ, ਨਹੀਂ ਮਰਦਾਨਿਆ, ਇਹਨਾਂ ਦੋਨਾਂ ਵਿੱਚੋਂ ਕੋਈ ਵੀ ਚੋਰ ਨਹੀਂ ਹੈ। ਜੋ ਮਨੁੱਖ ਪਹਿਲਾਂ ਆਇਆ ਸੀ ਉਹ ਪਿੱਛੋਂ ਆਉਣ ਵਾਲੇ ਮਨੁੱਖ ਦਾ ਵੱਡਾ ਭਰਾ ਸੀ। ਮਰਦਾਨਿਆ,
ਜਦੋਂ ਇਸ ਮਨੁੱਖ ਦਾ ਛੋਟਾ ਭਰਾ ਬਹੁਤ ਛੋਟਾ ਹੁੰਦਾ ਸੀ ਤਾਂ ਉਸ ਵੇਲੇ ਇਹਨਾਂ ਦੋਵਾਂ ਦੇ ਮਾਂ-ਬਾਪ ਪਰਲੋਕ ਸਿਧਾਰ ਗਏ ਸਨ ਅਤੇ ਵੱਡੇ ਭਰਾ ਨੇ ਹੀ ਆਪਣੇ ਛੋਟੇ ਭਰਾ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ। ਹੁਣ ਇਹ ਦੋਵੇਂ ਵਿਆਹੇ ਗਏ ਹਨ, ਹੁਣ ਇਹ ਦੋਵੇਂ ਭਰਾ ਵਿਆਹੇ ਹੋਏ ਹਨ, ਪਰਿਵਾਰ ਵਾਲੇ ਹਨ ਅਤੇ ਅੱਡ-ਅੱਡ ਰਹਿੰਦੇ ਆ। ਪਰ ਇਹਨਾਂ ਦੋਹਾਂ ਦੀਆਂ ਪਤਨੀਆਂ ਹਰ ਵੇਲੇ ਆਪਸ ਵਿੱਚ ਕਲੇਸ਼ ਕਰਦੀਆਂ ਰਹਿੰਦੀਆਂ। ਇਸ ਕਰਕੇ ਇਹ ਦੋਵੇਂ ਭਰਾ ਵੀ ਆਪਸ ਵਿੱਚ ਨਹੀਂ ਬੋਲਦੇ ਕਿ ਘਰ ਦਾ ਕਲੇਸ਼ ਹੋਰ ਨਾ ਕਿਤੇ ਵੱਧ ਜਾਏ। ਪਰ ਇਹਨਾਂ ਦੋਵਾਂ ਭਰਾਵਾਂ ਦਾ ਆਪਸ ਵਿੱਚ ਪਿਆਰ ਬਹੁਤ ਹੈ। ਪਹਿਲਾਂ ਵੱਡਾ ਭਰਾ ਆਇਆ ਸੀ ਅਤੇ ਉਸ ਨੂੰ ਪਤਾ ਹੈ ਕਿ ਮੇਰੇ ਛੋਟੇ ਭਰਾ ਦੇ ਇਸ ਵਾਰ ਫਸਲ ਘੱਟ ਹੋਈ ਹੈ ਅਤੇ ਇਸ ਦਾ ਪਰਿਵਾਰ ਵੱਡਾ ਹੈ। ਇਸ ਲਈ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦੀ ਮਦਦ ਕਰਨ ਵਾਸਤੇ ਆਪਣੇ ਦਾਣਿਆਂ ਵਿੱਚੋਂ 10-12 ਟੋਕਰੇ ਕਣਕ ਦੇ ਭਰ ਕੇ ਆਪਣੇ ਛੋਟੇ ਭਰਾ ਦੀ ਕਣਕ ਵਿੱਚ ਪਾ ਦਿੱਤੇ। ਇਸ ਤਰ੍ਹਾਂ ਉਸਨੇ ਆਪਣੇ ਛੋਟੇ ਭਰਾ ਦੀ ਮਦਦ ਕਰ ਦਿੱਤੀ। ਉਸ ਤੋਂ ਬਾਅਦ ਫਿਰ ਛੋਟਾ ਭਰਾ ਆਇਆ ਹੋਣਾ ਜਾਂ ਆਇਆ। ਉਸਨੇ ਸੋਚਿਆ ਕਿ ਮੇਰੇ ਵੱਡੇ ਭਰਾ ਨੇ ਮੈਨੂੰ ਮਾਂ-ਬਾਪ ਵਾਂਗ ਪਾਲ ਪੋਸ ਕੇ ਵੱਡਾ ਕੀਤਾ, ਹੁਣ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਉਸ ਦੀ ਸੇਵਾ ਕਰਾਂ ਜਾਂ ਉਹਦੇ ਵਾਸਤੇ ਕੁਝ ਚੰਗਾ ਕਰਾਂ। ਇਹ ਸੋਚ ਕੇ ਉਸਨੇ ਆਪਣੇ ਹਿੱਸੇ ਵਾਲੇ ਕਣਕ ਦੇ ਢੇਰ ਵਿੱਚੋਂ 10-12 ਟੋਕਰੇ ਕਣਕ ਦੇ ਆਪਣੇ ਵੱਡੇ ਭਰਾ ਦੀ ਕਣਕ ਵਿੱਚ ਪਾ ਦਿੱਤੇ। ਇਸ ਤਰੀਕੇ ਨਾਲ ਉਸਨੇ ਆਪਣੇ ਵੱਡੇ ਭਰਾ ਦੀ ਮਾਂ-ਬਾਪ ਜਾਣ ਕੇ ਸੇਵਾ ਕਰ ਦਿੱਤੀ। ਹੁਣ ਦੇਖ ਮਰਦਾਨਿਆਂ, ਇਹ ਹੈ ਭਰਾਵਾਂ ਦਾ ਪਿਆਰ। ਦੋਵਾਂ ਵਿੱਚੋਂ ਗਿਆ ਕਿਸੇ ਦਾ ਕੁਝ ਨਹੀਂ, ਕਿਸੇ ਨੂੰ ਕੋਈ ਵੀ ਘਾਟਾ ਨਹੀਂ ਪਿਆ। ਕਣਕ ਓਨੀ ਦੀ ਓਨੀ ਹੀ ਰਹੀ, ਪਰ ਦੋਵਾਂ ਭਰਾਵਾਂ ਦਾ ਪਿਆਰ ਵੱਧ ਗਿਆ। ਮਰਦਾਨਿਆਂ, ਇਹਨਾਂ ਦੋਨਾਂ ਉੱਤੇ ਕਰਤਾਰ ਦੀ ਬਹੁਤ ਮਿਹਰ ਹੈ। ਇਹਨਾਂ ਨੂੰ ਕਰਤਾਰ ਨੇ ਉੱਤਮ ਬੁੱਧ ਦਿੱਤੀ ਹੈ। ਇਸ ਕਰਕੇ ਇਹਨਾਂ ਵਿੱਚ ਇਹ ਸਾਰੇ ਚੰਗੇ ਅਤੇ ਸ਼ੁਭ ਗੁਣ ਹਨ। ਸੋ ਸੰਗਤ ਜੀ, ਇਸ ਤਰ੍ਹਾਂ ਜਿਨ੍ਹਾਂ ਕੋਲ ਵਾਹਿਗੁਰੂ ਦੀ ਦਿੱਤੀ ਚੰਗੀ ਅਕਲ ਹੁੰਦੀ ਹੈ, ਉਹ ਚੰਗਾ ਮੰਦਾ ਵਿਚਾਰ ਕੇ ਆਪਣੇ ਭਾਈਚਾਰਕ ਪਿਆਰ ਨੂੰ ਪਵਿੱਤਰ ਬਣਾਈ ਰੱਖਦੇ ਹਨ। ਸੋ ਸੰਗਤ ਜੀ, ਸਾਨੂੰ ਵੀ ਇਸ ਤਰ੍ਹਾਂ ਭਰਾਵਾਂ ਨੂੰ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ, ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ, ਨਾ ਕਿ ਇੱਕ ਦੂਜੇ ਉੱਤੇ ਪ੍ਰੋਪਰਟੀ ਵਾਸਤੇ, ਜ਼ਮੀਨ ਵਾਸਤੇ ਅਦਾਲਤੀ ਝਗੜੇ ਕਰ ਕਰਕੇ ਆਪਣੇ ਪਿਆਰ ਵਿੱਚ ਫਿੱਕ ਪਾਉਣਾ ਨਹੀਂ ਚਾਹੀਦਾ। ਰਿਸ਼ਤਿਆਂ ਵਿੱਚ ਵੀ ਫਿੱਕ ਨਹੀਂ ਪਾਉਣਾ ਚਾਹੀਦਾ। ਜੋ ਤੁਹਾਡਾ ਉਹ ਤੁਹਾਡਾ ਹੀ ਹੁੰਦਾ, ਤੁਹਾਨੂੰ ਮਿਲ ਹੀ ਜਾਣਾ ਹੁੰਦਾ। ਤੇ ਜੇ ਤੁਸੀਂ ਆਪਣੇ ਦਿੱਤੇ ਤੇ ਆਪਣੇ ਮਿਲੇ ਤੇ ਸਬਰ ਕਰਕੇ ਪਿਆਰ ਨਾਲ ਰਹੋਗੇ ਤਾਂ ਰੱਬ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਦੇਵੇਗਾ। ਕਾਂ ਤੋਂ ਐਵੇਂ ਅਦਾਲਤੀ ਝਗੜਿਆਂ ਵਿੱਚ ਪੈਣਾ ਹੈ, ਆਪਣੇ ਰਿਸ਼ਤਿਆਂ ਨੂੰ ਫਿੱਕੇ ਕਰਨਾ, ਆਪਣੇ ਭਾਈਚਾਰਕ ਪਿਆਰ ਨੂੰ ਫਿੱਕੇ ਕਰਨਾ। ਰਲ ਕੇ ਰਿਹਾ ਕਰੋ, ਗੁਰਬਾਣੀ ਦੀ ਮੱਤ ਧਾਰਨ ਕਰ ਲਓ, ਗੁਰਬਾਣੀ ਦੇ ਆਸ਼ਾ ਅਨੁਸਾਰ ਚੱਲੋ। ਏਦਾਂ ਨਾ ਕਰੋ ਕਿ ਗੁਰਦੁਆਰੇ ਵੀ ਜਾਓ ਤੇ ਭੈਣ ਭਰਾਵਾਂ ਦਾ ਹੱਕ ਵੀ ਖਾਈ ਜਾਓ। ਇਹ ਚੰਗੀ ਗੱਲ ਨਹੀਂ, ਇਸ ਤਰ੍ਹਾਂ ਗੁਰੂ ਜੀ ਖੁਸ਼ ਨਹੀਂ ਹੁੰਦੇ। ਸੋ ਸੰਗਤ ਜੀ, ਮਾਂ-ਬਾਪ ਵੀ ਰੱਬ ਦਾ ਦੂਜਾ ਰੂਪ ਹੀ ਹੁੰਦੇ ਹਨ, ਜਿਨ੍ਹਾਂ ਦੇ ਚੰਗੇ ਸੰਸਕਾਰਾਂ ਕਰਕੇ ਔਲਾਦ ਦਾ ਆਪਸ ਵਿੱਚ ਪਿਆਰ ਬਣਿਆ ਰਹਿੰਦਾ ਹੈ ਅਤੇ ਉਹ ਗੁਰੂ ਦੀ ਸੰਗਤ ਨਾਲ ਵੀ ਜੁੜੇ ਰਹਿੰਦੇ ਹਨ। ਗੁਰੂ ਵੱਲੋਂ ਬਖਸ਼ਿਆ ਹੋਇਆ ਸੱਚ ਝੂਠ ਦਾ ਗਿਆਨ ਉਹਨਾਂ ਦੀ ਮੱਤ ਨੂੰ ਪਵਿੱਤਰ ਬਣਾਈ ਰੱਖਦਾ ਹੈ।
ਇਸ ਕਰਕੇ ਸੰਗਤ ਬਣਾਈ ਹੈ ਗੁਰੂ ਜੀ ਨੇ। ਇਸ ਕਰਕੇ ਗੁਰੂ ਜੀ 10 ਰੂਪਾਂ ਵਿੱਚ ਸਾਡੇ ਸਨਮੁਖ ਰਹੇ ਆ ਤੇ ਹੁਣ 11ਵੇਂ ਰੂਪ ਵਿੱਚ ਸਾਡੇ ਹਰ ਵੇਲੇ ਹੀ ਸਾਡੀ ਹਰ ਪੀੜ੍ਹੀ ਦੇ ਨਾਲ ਰਹਿੰਦੇ ਆ। ਇਸ ਕਰਕੇ ਹੀ ਸਤਿਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਵਿੱਤਰ ਵਾਕ ਹੈ, ਬਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਖੇਰਾ। ਸੋ ਆਓ ਸੰਗਤ ਜੀ, ਹੁਣ ਆਪਾਂ ਗੁਰੂ ਦੀ ਦਿੱਤੀ ਪਵਿੱਤਰ ਮੱਤ ਦਾ ਦੂਜਾ ਪ੍ਰਮਾਣ ਸਰਵਣ ਕਰਦੇ ਹਾਂ, ਭਾਈ ਕਨ੍ਹਈਆ ਜੀ ਦਾ। ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਅਸੀਂ ਬੜੀ ਮੁਸ਼ਕਲ ਦੇ ਨਾਲ ਦੁਸ਼ਮਣਾਂ ਨੂੰ ਮੈਦਾਨੇ ਜੰਗ ਵਿੱਚ ਮਾਰਦੇ ਹਾਂ ਜਾਂ ਜ਼ਖਮੀ ਕਰਕੇ ਕਮਜ਼ੋਰ ਕਰ ਦਿੰਦੇ ਹਾਂ, ਪਰ ਭਾਈ ਕਨ੍ਹਈਆ ਸਿੰਘ ਜੀ ਮੈਦਾਨੇ ਜੰਗ ਵਿੱਚ ਪਏ ਕਮਜ਼ੋਰ ਹੋ ਕੇ ਡਿੱਗੇ ਹੋਏ ਮੁਗਲ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਫੇਰ ਸਾਡੇ ਨਾਲ ਲੜਨ ਦੇ ਯੋਗ ਬਣਾ ਦਿੰਦੇ ਆ। ਹੇ ਗੁਰੂ ਜੀ, ਕਿਰਪਾ ਕਰਕੇ ਉਸ ਨੂੰ ਸਮਝਾਓ ਅਤੇ ਇਹ ਕੰਮ ਕਰਨ ਤੋਂ ਰੋਕੋ ਤਾਂ ਕਿ ਉਹ ਜ਼ਖਮੀ ਦੁਸ਼ਮਣਾਂ ਨੂੰ ਪਾਣੀ ਨਾ ਪਿਲਾਏ। ਇਸ ਤਰ੍ਹਾਂ ਸਿੱਖਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ। ਸੋ ਜਦੋਂ ਕਲੀਆਂ ਵਾਲੇ ਪਾਤਸ਼ਾਹ ਜੀ ਅੱਗੇ ਇਸ ਤਰ੍ਹਾਂ ਸਿੰਘਾਂ ਨੇ ਬੇਨਤੀ ਕੀਤੀ ਤਾਂ ਸਿੱਖਾਂ ਦੀ ਇਹ ਸ਼ਿਕਾਇਤ ਰੂਪੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਭਾਈ ਕਨ੍ਹਈਆ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਆਖਿਆ, ਹੇ ਭਾਈ ਕਨ੍ਹਈਆ ਸਿੰਘ ਜੀ, ਇਹ ਸਾਰੇ ਸਿੰਘ ਤੁਹਾਡੀ ਸ਼ਿਕਾਇਤ ਕਰਦੇ ਹਨ ਕਿ ਤੁਸੀਂ ਮੈਦਾਨੇ ਜੰਗ ਵਿੱਚ ਜ਼ਖਮੀ ਅਤੇ ਕਮਜ਼ੋਰ ਪਏ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਫਿਰ ਤੋਂ ਸੁਰਜੀਤ ਕਰ ਦਿੰਦੇ ਹੋ, ਭਾਵ ਕਿ ਉਹਨਾਂ ਨੂੰ ਪਾਣੀ ਪਿਲਾ ਕੇ ਤੁਸੀਂ ਫਿਰ ਤੋਂ ਲੜਨ ਦੇ ਯੋਗ ਕਰ ਦਿੰਦੇ ਹੋ, ਜਿਸ ਨਾਲ ਸਿੱਖ ਫੌਜਾਂ ਦਾ ਨੁਕਸਾਨ ਹੁੰਦਾ ਹੈ। ਭਾਈ ਕਨ੍ਹਈਆ ਜੀ ਨੇ ਕਿਹਾ, ਹੇ ਗੁਰੂ ਜੀ, ਤੁਸੀਂ ਆਪ ਹੀ ਫਰਮਾਉਂਦੇ ਹੋ ਕਿ ਸਾਰੇ ਜੀਵਾਂ ਵਿੱਚ ਪ੍ਰਮਾਤਮਾ ਦਾ ਹੀ ਵਾਸਾ ਹੈ, ਇਸ ਕਰਕੇ ਮੈਨੂੰ ਤਾਂ ਕਿਸੇ ਵੀ ਮਨੁੱਖ ਵਿੱਚ ਦੁਸ਼ਮਣ ਨਜ਼ਰ ਨਹੀਂ ਆਉਂਦਾ, ਸਾਰੇ ਪਾਸੇ ਤੇਰਾ ਹੀ ਰੂਪ ਦਿਖਾਈ ਦਿੰਦਾ ਹੈ। ਵੱਡੇ ਸਤਿਗੁਰਾਂ ਜੀ ਦਾ ਫਰਮਾਨ ਵੀ ਹੈ ਕਿ ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਨਿਆਈ। ਭਾਈ ਕਨ੍ਹਈਆ ਜੀ ਦੇ ਬਚਨ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਆਪਣੇ ਕੋਲੋਂ ਇੱਕ ਮਰਮ ਦੀ ਡੱਬੀ ਦੇ ਕੇ ਆਖਿਆ, ਹੇ ਭਾਈ ਜੀ, ਅੱਜ ਤੋਂ ਤੁਸੀਂ ਜ਼ਖਮੀਆਂ ਦੀ ਮਰਮ ਪੱਟੀ ਵੀ ਕਰਿਆ ਕਰੋ। ਫਿਰ ਗੁਰੂ ਜੀ ਨੇ ਦੂਜੇ ਸਿੰਘਾਂ ਨੂੰ ਆਖਿਆ, ਹੇ ਸਿੰਘੋ, ਤੁਹਾਡਾ ਕੰਮ ਹੈ ਜ਼ੁਲਮ ਅਤੇ ਜ਼ਾਲਮ ਨੂੰ ਖਤਮ ਕਰਨਾ ਅਤੇ ਭਾਈ ਕਨ੍ਹਈਆ ਜੀ ਦਾ ਕੰਮ ਹੈ ਸੇਵਾ ਕਰਨਾ। ਸੇਵਾ ਕਦੇ ਵੀ ਜਾਤ ਪਾਤ ਜਾਂ ਦੋਸਤ ਦੁਸ਼ਮਣ ਨੂੰ ਦੇਖ ਕੇ ਨਹੀਂ ਕੀਤੀ ਜਾਂਦੀ। ਅਸਲੀ ਸੂਰਮਾ ਇਸ ਧਰਤੀ ਉੱਤੋਂ ਜ਼ੁਲਮ ਅਤੇ ਜ਼ਾਲਮ ਦਾ ਨਾਸ਼ ਕਰਦਾ ਹੈ ਅਤੇ ਸੇਵਕ ਸਮਦ੍ਰਿਸ਼ਟੀ ਰੱਖ ਕੇ ਮਾਨਵਤਾ ਦੀ ਸੇਵਾ ਵੀ ਕਰਦਾ ਹੈ। ਭਾਈ ਕਨ੍ਹਈਆ ਜੀ ਹੁਣ ਸਮਦ੍ਰਿਸ਼ਟੀ ਹੋ ਗਏ ਹਨ ਅਤੇ ਇਹਨਾਂ ਉੱਪਰ ਅਕਾਲ ਦੀ ਮਿਹਰ ਹੋ ਗਈ ਹੈ। ਇਹਨਾਂ ਨੇ ਵਾਹਿਗੁਰੂ ਪਰਮੇਸ਼ਰ ਜੀ ਕੋਲੋਂ ਦੂਈ ਦਵੈਸ਼ ਤੋਂ ਰਹਿਤ ਵਿਵੇਕ ਬੁੱਧ ਪਾ ਲਈ ਹੈ। ਸੋ ਸੰਗਤ ਜੀ, ਇਸ ਤਰ੍ਹਾਂ ਜੋ ਜੀਵ ਗੁਰੂ ਨਾਨਕ ਦੀ ਬਾਣੀ ਨੂੰ ਮਨ ਲਾ ਕੇ ਸੁਣਦਾ ਹੈ, ਉਹ ਸਮਦ੍ਰਿਸ਼ਟੀ ਹੋ ਜਾਂਦਾ ਹੈ ਅਤੇ ਉਹ ਉੱਤਮ ਬੁੱਧੀ ਵਾਲਾ ਹੋ ਜਾਂਦਾ ਹੈ। ਉਸ ਦੀ ਨਿਗਾਹ ਵਿੱਚ ਸੰਸਾਰ ਦੇ ਸਾਰੇ ਜੀਵ ਇੱਕੋ ਜਿਹੇ ਹੋ ਜਾਂਦੇ ਹਨ। ਕੋਈ ਵੀ ਦੁਸ਼ਮਣ, ਮਿੱਤਰ, ਆਪਣਾ, ਪਰਾਇਆ ਅਤੇ ਉੱਚਾ ਨੀਵਾਂ ਨਹੀਂ ਰਹਿ ਜਾਂਦਾ। ਸੋ ਸੰਗਤ ਜੀ, ਇਸ ਸਾਖੀ ਤੋਂ ਵੀ ਸਾਨੂੰ ਇਹੋ ਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਧਰਮ ਕਰਮ ਸਾਡੇ ਆਪਣੀ ਜਗ੍ਹਾ ਤੇ ਹੈ ਤੇ ਗੁਰਬਾਣੀ ਦਾ ਉਪਦੇਸ਼ ਇਨਸਾਨੀਅਤ ਆਪਣੀ ਜਗ੍ਹਾ ਤੇ ਹੈ। ਜਿੱਥੇ ਅਸੀਂ ਆਪਣੇ ਧਰਮ ਦੀ ਰੱਖਿਆ ਵਾਸਤੇ ਕੁਰਬਾਨੀਆਂ ਕਰਦੇ ਹਾਂ, ਉੱਥੇ ਅਸੀਂ ਮਾਨਵਤਾ ਵਾਲੇ ਗੁਣਾਂ ਨੂੰ ਗ੍ਰਹਿਣ ਕਰਕੇ ਜਾਤ ਪਾਤ ਤੇ ਧਰਮਾਂ ਤੋਂ ਰਹਿਤ ਹੋ ਕੇ ਇੱਕ ਦੂਜੇ ਨੂੰ ਪਿਆਰ ਕਰੀਏ, ਸਤਿਕਾਰ ਕਰੀਏ।
ਇਸ ਕਰਕੇ ਹੀ ਸਤਿਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਵਾਕ ਹੈ, ਬਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਪਾਗਲ ਖੇਰਾ। ਸੋ ਸੰਗਤ ਜੀ, ਇਸੇ ਪੰਕਤੀ ਨਾਲ ਸੰਬੰਧਿਤ ਹੀ ਆਪਾਂ ਇੱਕ ਹੋਰ ਪ੍ਰਮਾਣ ਸਰਵਣ ਕਰਦੇ ਹਾਂ। ਇੱਕ ਬਾਘ ਨੇ ਮੁਰਦਾ ਨਹੀਂ ਖਾਧਾ। ਇੱਕ ਵਾਰ ਦੀ ਗਾਥਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਜੰਗਲ ਵਿੱਚ ਰਾਤ ਦਾ ਆਰਾਮ ਕੀਤਾ ਅਤੇ ਅੰਮ੍ਰਿਤ ਵੇਲੇ ਨਾਲ ਹੀ ਭਾਈ ਮਰਦਾਨੇ ਸਹਿਤ ਬਾਣੀ ਦਾ ਰਸ ਭਿੰਨਾ ਕੀਰਤਨ ਆਰੰਭ ਕਰ ਦਿੱਤਾ। ਕੀਰਤਨ ਕਰਦਿਆਂ ਜਦ ਪਹੁ ਫਟਾਲਾ ਹੋਇਆ ਤਾਂ ਮਰਦਾਨੇ ਦੀਆਂ ਥੋੜੀਆਂ ਅੱਖਾਂ ਖੁੱਲੀਆਂ। ਉਸਨੇ ਕੀ ਦੇਖਿਆ ਕਿ ਉਹਨਾਂ ਤੋਂ ਥੋੜੀ ਹੀ ਦੂਰੀ ਉੱਤੇ ਇੱਕ ਮਨੁੱਖ ਦੀ ਲਾਸ਼ ਪਈ ਹੋਈ ਹੈ। ਸ਼ਾਇਦ ਉਹ ਰਾਤ ਨੂੰ ਹਨੇਰੇ ਵਿੱਚ ਆਏ ਸੀ, ਇਸ ਲਈ ਉਹਨਾਂ ਨੇ ਇਹ ਲਾਸ਼ ਦੇਖੀ ਨਹੀਂ। ਭਾਈ ਮਰਦਾਨਾ ਹਾਲੀ ਮਨ ਵਿੱਚ ਸੋਚ ਹੀ ਰਹੇ ਸਨ ਕਿ ਉਹਨਾਂ ਨੇ ਇੱਕ ਬਘਿਆੜ ਨੂੰ ਆਪਣੇ ਵੱਲ ਆਉਂਦਾ ਹੋਇਆ ਦੇਖਿਆ। ਇੱਕ ਵਾਰ ਤਾਂ ਭਾਈ ਮਰਦਾਨਾ ਜੀ ਡਰ ਗਏ, ਪਰ ਫਿਰ ਉਹਨਾਂ ਨੇ ਦੇਖਿਆ ਕਿ ਉਹ ਬਾਘ ਜਾਂ ਬਘਿਆੜ ਉਸ ਮੁਰਦਾ ਸਰੀਰ ਕੋਲੇ ਰੁਕ ਗਿਆ ਅਤੇ ਉਸ ਮੁਰਦੇ ਨੂੰ ਸੁੰਘਿਆ ਅਤੇ ਵਾਪਸ ਚਲਿਆ ਗਿਆ। ਥੋੜੀ ਦੂਰ ਜਾਣ ਤੋਂ ਬਾਅਦ ਉਹ ਫਿਰ ਵਾਪਸ ਆ ਗਿਆ ਅਤੇ ਮੁਰਦੇ ਦੇ ਪੈਰ ਸੁੰਘੇ ਤੇ ਚਲਾ ਗਿਆ। ਲੱਗਦਾ ਸੀ ਉਸ ਨੂੰ ਭੁੱਖ ਲੱਗੀ ਸੀ, ਇਸ ਕਰਕੇ ਉਹ ਦੁਬਾਰਾ ਫਿਰ ਵਾਪਸ ਆ ਗਿਆ ਅਤੇ ਆ ਕੇ ਉਸ ਮੁਰਦੇ ਦੇ ਉਸ ਬਾਘ ਨੇ ਹੱਥ ਅਤੇ ਉਸ ਦਾ ਸਿਰ ਸੁੰਘਿਆ। ਉਸ ਮੁਰਦੇ ਦਾ ਹੱਥ ਅਤੇ ਸਿਰ ਸੁੰਘਿਆ ਬਾਘ ਨੇ ਅਤੇ ਫਿਰ ਉਹ ਮੁਰਦੇ ਨੂੰ ਬਿਨਾਂ ਖਾਧਿਆਂ ਹੀ ਵਾਪਸ ਚਲਿਆ ਗਿਆ। ਬਾਅਦ ਵਿੱਚ ਉਹ ਵਾਪਸ ਹੀ ਨਹੀਂ ਆਇਆ। ਭਾਈ ਮਰਦਾਨਾ ਜੀ ਇਹ ਸਾਰਾ ਕੁਝ ਦੇਖ ਰਹੇ ਸਨ, ਪਰ ਗੁਰੂ ਨਾਨਕ ਜੀ ਸਮਾਧੀ ਵਿੱਚ ਲੀਨ ਸਨ। ਜਦੋਂ ਕੀਰਤਨ ਦੀ ਸਮਾਪਤੀ ਹੋਈ ਅਤੇ ਗੁਰੂ ਜੀ ਸਮਾਧੀ ਤੋਂ ਉਪਰਾਮ ਹੋਏ ਤਾਂ ਉਸਨੇ ਗੁਰੂ ਜੀ ਪਾਸੋਂ ਪੁੱਛਿਆ, ਹੇ ਗੁਰੂ ਜੀ, ਮੈਂ ਕੀਰਤਨ ਕਰਦਿਆਂ ਹੋਇਆਂ ਦੇਖਿਆ ਕਿ ਇੱਕ ਬਾਘ ਇੱਥੇ ਇਸ ਮੁਰਦੇ ਕੋਲ ਆਇਆ, ਪਰ ਮੈਂ ਬਹੁਤ ਹੈਰਾਨ ਹਾਂ ਕਿ ਉਸਨੇ ਇਸ ਮੁਰਦੇ ਨੂੰ ਖਾਧਾ ਨਹੀਂ। ਉਹ 2-3 ਵਾਰੀ ਵਾਪਸ ਮੁੜ ਕੇ ਆਇਆ ਅਤੇ ਵਾਰ-ਵਾਰ ਇਸ ਨੂੰ ਸੁੰਘਦਾ ਰਿਹਾ। ਲੱਗਦਾ ਸੀ ਉਸ ਨੂੰ ਭੁੱਖ ਲੱਗੀ ਸੀ, ਪਰ ਸਰੀਰ ਦੇ ਸਾਰੇ ਅੰਗਾਂ ਨੂੰ ਸੁੰਘ ਕੇ ਵਾਪਸ ਚਲਿਆ ਗਿਆ। ਗੁਰੂ ਜੀ ਨੇ ਕਿਹਾ, ਮਰਦਾਨਿਆ, ਉਸਦੇ ਕੰਨਾਂ ਨੇ ਰੱਬੀ ਬਾਣੀ ਦਾ ਕੀਰਤਨ ਸੁਣ ਲਿਆ ਸੀ ਅਤੇ ਉਸਦੇ ਕੰਨਾਂ ਦੇ ਰਾਹੀਂ ਨਾਮ ਉਸਦੇ ਹਿਰਦੇ ਵਿੱਚ ਘਰ ਕਰ ਗਿਆ, ਜਿਸ ਕਰਕੇ ਪਰਮੇਸ਼ਰ ਦੇ ਨਾਮ ਨੇ ਉਸਦੀ ਆਤਮਾ ਨੂੰ ਪਵਿੱਤਰ ਕਰ ਦਿੱਤਾ ਅਤੇ ਉਸ ਨੂੰ ਆਤਮਿਕ ਗਿਆਨ ਹੋ ਗਿਆ। ਉਸਨੇ ਇਸ ਮੁਰਦੇ ਨੂੰ ਇਸ ਕਰਕੇ ਨਹੀਂ ਖਾਧਾ ਕਿਉਂਕਿ ਇਸ ਮੁਰਦੇ ਸਰੀਰ ਵਾਲੇ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ। ਉਸਨੇ ਇਸ ਦਾ ਸਿਰ, ਹੱਥ, ਪੈਰ ਇਸ ਕਰਕੇ ਸੁੰਘੇ ਸਨ ਕਿ ਸ਼ਾਇਦ ਇਸਨੇ ਕਦੇ ਆਪਣੇ ਇਸ਼ਟ ਦੇਵ, ਆਪਣੇ ਗੁਰੂ ਅੱਗੇ ਸਿਰ ਨਵਾਇਆ ਹੋਵੇ, ਕਦੇ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਗਿਆ ਹੋਵੇ, ਹੱਥਾਂ ਨਾਲ ਕਿਸੇ ਸਾਧੂ ਸੰਤ ਦੀ ਜਾਂ ਗੁਰੂ ਘਰ ਦੀ, ਮੰਦਰ ਮਸਜਿਦ ਦੀ ਆਪਣੇ ਧਰਮ ਅਨੁਸਾਰ ਜਾ ਕੇ ਸੇਵਾ ਕੀਤੀ ਹੋਵੇ। ਪਰ ਇਸ ਮਨੁੱਖ ਨੇ ਇਹੋ ਜਿਹਾ ਕੋਈ ਵੀ ਨੇਕੀ ਵਾਲਾ ਕੰਮ ਨਹੀਂ ਕੀਤਾ ਆਪਣੇ ਜੀਵਨ ਕਾਲ ਵਿੱਚ। ਇਸ ਲਈ ਉਸ ਬਾਘ ਨੇ ਸੋਚਿਆ ਕਿ ਮੁਸ਼ਕਿਲ ਨਾਲ ਤਾਂ ਮੈਂ ਰੱਬੀ ਬਾਣੀ ਸੁਣ ਕੇ ਪਵਿੱਤਰ ਹੋਇਆ ਹਾਂ, ਮੇਰਾ ਜੀਵਨ ਸਫਲ ਹੋਇਆ ਹੈ। ਹੁਣ ਇਸ ਪਾਪੀ ਪੁਰਸ਼ ਦੇ ਸਰੀਰ ਨੂੰ ਖਾ ਕੇ ਦੁਬਾਰਾ ਤੋਂ ਮੈਂ ਫੇਰ ਉਹੋ ਜਿਹਾ ਹੀ ਨਾ ਬਣ ਜਾਵਾਂ। ਇਸ ਲਈ ਉਸਨੇ ਇਸ ਮੁਰਦੇ ਨੂੰ ਖਾਧਾ ਨਹੀਂ। ਉਸਦੇ ਉੱਪਰ ਹੁਣ ਕਰਤਾਰ ਦੀ ਮਿਹਰ ਹੋ ਗਈ ਹੈ ਅਤੇ ਉਹ ਜੀਵਨ ਮੁਕਤ ਹੋ ਗਿਆ ਅਤੇ ਹੁਣ ਉਹ ਅੰਤ ਸਮੇਂ ਮੁਕਤੀ ਪ੍ਰਾਪਤ ਕਰੇਗਾ। ਸੋ ਸੰਗਤ ਜੀ, ਇਸ ਸਾਖੀ ਤੋਂ ਵੀ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਜੀਵਨ ਕਾਲ ਦੇ ਵਿੱਚ, ਜੀਵਨ ਦੇ ਵਿੱਚ ਜਿਉਂਦਿਆਂ ਹੋਇਆਂ, ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਨਾਮ ਜਪਣਾ ਚਾਹੀਦਾ, ਆਪਣੇ ਗੁਰੂ ਦੀ ਸੰਗਤ ਕਰਨੀ ਚਾਹੀਦੀ, ਗੁਰੂ ਘਰ ਜਾ ਕੇ ਆਪਣੇ ਇਸ਼ਟ ਦੇਵ ਅੱਗੇ ਸੀਸ ਨਵਾਉਣਾ ਚਾਹੀਦਾ, ਹੱਥਾਂ ਦੇ ਨਾਲ ਸੇਵਾ ਕਰਨੀ ਚਾਹੀਦੀ, ਭਾਂਡੇ ਮਾਂਜੋ, ਕੱਪੜੇ ਧੋਵੋ, ਝਾੜੂ ਮਾਰੋ, ਜੁੱਤੀਆਂ ਝਾੜੋ ਆਪਣੇ ਹੱਥਾਂ ਨਾਲ। ਸੋ ਇਸ ਤਰ੍ਹਾਂ ਆਪਣੇ ਪੈਰਾਂ ਨਾਲ ਸਤਸੰਗ ਵੱਲ ਚੱਲ ਕੇ ਜਾਓ, ਸਤਿਪੁਰਖਾਂ ਕੋਲ ਜਾ ਕੇ ਬੈਠੋ, ਗੁਰੂ ਤੀਰਥਾਂ ਦੀ ਯਾਤਰਾ ਕਰੋ, ਗੁਰੂ
ਧਾਮਾਂ ਦੇ ਦਰਸ਼ਨ ਕਰੋ। ਸੋ ਇਸ ਤਰ੍ਹਾਂ ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਪਵਿੱਤਰ ਬਣਾ ਕੇ ਰੱਖਣਾ ਚਾਹੀਦਾ। ਅੱਖਾਂ ਦੇ ਨਾਲ ਕਿਸੇ ਦਾ ਮਾੜਾ ਰੂਪ ਦੇਖ ਕੇ ਅੱਖਾਂ ਨੂੰ ਮੈਲੀਆਂ ਨਹੀਂ ਕਰਨਾ ਚਾਹੀਦਾ। ਕੰਨਾਂ ਨਾਲ ਨਿੰਦਿਆ ਚੁਗਲੀ ਸੁਣ ਕੇ ਜਾਂ ਹੋਰ ਭੈੜੇ ਬਚਨ ਸੁਣ ਕੇ ਅਪਵਿੱਤਰ ਨਹੀਂ ਕਰਨਾ ਕੰਨਾਂ ਨੂੰ। ਜੀਵ ਨਾਲ ਨਾਮ ਜਪ ਕੇ ਪਵਿੱਤਰ ਰੱਖਣਾ। ਨਿੰਦਿਆ ਚੁਗਲੀ ਕਰਕੇ ਕਿਸੇ ਨੂੰ ਮਾੜੇ ਬੋਲ ਬੋਲ ਕੇ ਇਸ ਨੂੰ ਵੀ ਮਾੜਾ ਨਹੀਂ ਬਣਾਉਣਾ। ਇਸ ਤਰ੍ਹਾਂ ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਪਵਿੱਤਰ ਬਣਾ ਕੇ ਰੱਖਣਾ ਤਾਂ ਕਿ ਅਸੀਂ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋ ਜਾਈਏ ਤੇ ਸਾਡੇ ਮਰਨ ਤੋਂ ਬਾਅਦ ਸਰੀਰ ਵੀ ਸਾਡਾ ਇੱਕ ਪਵਿੱਤਰ ਹੋਵੇ। ਭਾਵੇਂ ਸਾਡਾ ਉਹ ਸਰੀਰ ਨਾਲ ਕੋਈ ਸੰਬੰਧ ਨਹੀਂ ਰਹਿ ਜਾਂਦਾ, ਪਰ ਸਤਸੰਗੀ ਸਰੀਰ ਹੁੰਦਾ ਉਹ। ਇਹੋ ਜਿਹੇ ਮੁਰਦਾ ਸਰੀਰ ਦੇ ਦਰਸ਼ਨ ਕਰਕੇ ਵੀ ਪਾਪੀ ਪੁਰਸ਼ਾਂ ਦੇ ਪਾਪਾਂ ਦਾ ਨਾਸ ਹੋ ਜਾਂਦਾ। ਸੋ ਸੰਗਤ ਜੀ, ਇਹ ਸੀ ਰੱਬੀ ਪੁਰਸ਼ਾਂ ਪਾਸੋਂ ਪਰਮੇਸ਼ਰ ਦਾ ਨਾਮ ਸੁਣਨ ਦਾ ਫਲ ਮਹਾਤਮ। ਸਤ ਪੁਰਸ਼ ਜਾਂ ਕਮਾਈ ਵਾਲੇ ਪੁਰਸ਼ ਥੋੜਾ ਜਿਹਾ ਵੀ ਰੱਬੀ ਗਿਆਨ ਦਾ ਵਿਖਿਆਨ ਕਰਦੇ ਹਨ ਤਾਂ ਪਾਪੀ ਤੋਂ ਪਾਪੀ ਹਿਰਦੇ ਉੱਪਰ ਵੀ ਬਹੁਤ ਜਲਦੀ ਅਸਰ ਹੋ ਜਾਂਦਾ। ਉਹਨਾਂ ਦੀ ਮਲੀਨ ਬੁੱਧੀ ਵੀ ਉੱਚੇ ਅਤੇ ਪਵਿੱਤਰ ਵਿਚਾਰਾਂ ਵਾਲੀ ਹੋ ਜਾਂਦੀ ਹੈ। ਇਸ ਕਰਕੇ ਹੀ ਸਤਿਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਬਚਨਾਂ ਵਿੱਚ ਸਾਨੂੰ ਉਪਦੇਸ਼ ਦਿੰਦੇ ਹਨ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਖੇਰਾ। ਸੋ ਸੰਗਤ ਜੀ, ਇਹ ਸੀ ਆਪਣਾ ਅੱਜ ਦਾ ਵਿਚਾਰ ਵਿਵੇਕ ਬੁੱਧ, ਸਤਿਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਉਚਾਰਿਆ ਹੋਇਆ ਪਾਵਨ ਬਚਨ ਵਿਵੇਕ ਬੁੱਧ ਸਤਿਗੁਰ ਤੇ ਪਾਏ। ਵਿਵੇਕ ਬੁੱਧ ਦਾ ਮਤਲਬ ਹੁੰਦਾ ਉੱਚੀ ਨਿਰਮਲ ਤੇ ਪਵਿੱਤਰ ਬੁੱਧੀ, ਚੰਗੀ ਮੱਤ, ਜਿਸ ਦੇ ਨਾਲ ਅਸੀਂ ਚੰਗੇ ਕਰਮ ਕਰਦੇ ਹਾਂ। ਸੋ ਆਪਣਾ ਇਹ ਅੱਜ ਦਾ ਵਿਚਾਰ ਇੱਥੇ ਹੀ ਸਮਾਪਤ ਹੁੰਦਾ। ਦੁਬਾਰਾ ਤੋਂ ਫਿਰ ਸਤਿਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਪਵਿੱਤਰ ਪੰਕਤੀਆਂ ਸਾਰੇ ਬੋਲੀਏ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਖੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।